बेटा हुण आपां 6वीं क्लास लई 6वीं क्लास ਦੇ ਜਿਹੜੇ ਜੁਲਾਈ ਮਹੀਨੇ ਦੇ ਵਿੱਚ ਹੋਣ ਜਾ ਰਹੇ ਟੈਸਟ ਨੇ ਉਸ ਦੀ ਤਿਆਰੀ ਵਾਸਤੇ ਸੈਂਪਲ ਪੇਪਰ ਦੇ ਰੂਪ ਵਿੱਚ ਕੁਝ ਸਵਾਲਾਂ ਨੂੰ ਤੁਹਾਨੂੰ ਸਮਝਾ ਕੇ ਹੱਲ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ, ਜਿਸ ਵਿੱਚ ਤੁਹਾਡਾ ਬਿਲਕੁਲ ਜਿਹੜਾ ਸਕੂਲ ਦੇ ਪੇਪਰਾਂ ਦਾ ਪੈਟਰਨ ਹੈ ਉਸ ਹਿਸਾਬ ਨਾਲ ਹੀ ਸਵਾਲਾਂ ਨੂੰ ਦਿੱਤਾ ਗਿਆ ਹੈ। ਪਹਿਲਾਂ 8 ਸਵਾਲ ਤੁਹਾਡੇ 1-1 ਨੰਬਰ ਦੇ ਹਨ, 9ਵਾਂ ਤੇ 10ਵਾਂ ਸਵਾਲ ਤੁਹਾਡੇ 2-2 ਅੰਕ ਦੇ ਹੋਣਗੇ ਤੇ 11ਵਾਂ ਤੇ 12ਵਾਂ ਸਵਾਲ ਤੁਹਾਡੇ 4-4 ਨੰਬਰ ਦੇ ਹੋਣਗੇ। ਇਹ ਤੁਹਾਡੇ ਸਿਲੇਬਸ ਦੇ ਵਿੱਚੋਂ ਹੀ ਬਣਾਇਆ ਗਿਆ ਪੇਪਰ ਹੈ। ਇਸ ਨੂੰ ਬੜੇ ਹੀ ਧਿਆਨ ਨਾਲ ਦੇਖਣਾ ਹੈ। ਹੋ ਸਕਦਾ ਹੈ ਕਿ ਤੁਹਾਡੇ ਪੇਪਰ ਦੇ ਵਿੱਚ ਇਸ ਦੇ ਨਾਲ ਰਲਦੇ ਮਿਲਦੇ ਕੁਝ ਸਵਾਲ ਆ ਜਾਣ ਤੇ ਤੁਹਾਨੂੰ ਉਸ ਦਾ ਕੁਝ ਲਾਭ ਹੋ ਸਕੇ। ਤੇ ਜੇਕਰ ਕਿਸੇ ਬੱਚੇ ਨੇ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਦੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋਵੋਗੇ ਤੁਹਾਡੇ ਸਾਈਡ ਤੇ ਫੋਨ ਦੇ ਸੱਜੇ ਹੱਥ ਪਾਸੇ ਵੱਲ ਸਬਸਕ੍ਰਾਈਬ ਦਾ ਕੁਝ ਲਿਖਿਆ ਹੋਇਆ ਇੰਗਲਿਸ਼ ਵਿੱਚ ਬਟਨ ਹੋਏਗਾ, ਉਸ ਨੂੰ ਟੱਚ ਕਰਨਾ ਹੈ ਤੇ ਉਹ ਸਬਸਕ੍ਰਾਈਬ ਹੋ ਜਾਏਗਾ। ਇਸ ਨਾਲ ਕੀ ਹੋਵੇਗਾ ਕਿ ਮੇਰੀ ਅਗਲੀ ਵੀਡੀਓ ਜੋ ਸੈਂਪਲ ਪੇਪਰ ਦੀ ਬਣੀ ਹੋਏਗੀ ਜਾਂ ਤੁਹਾਡੇ ਅਧਿਆਏ ਦੀ ਬਣੀ ਹੋਣਗੀ ਜਾਂ ਕੁਝ ਸਵਾਲਾਂ ਦੀ ਬਣੀ ਹੋਏਗੀ ਉਹ ਤੁਹਾਨੂੰ ਆਪਣੇ ਆਪ ਹੀ ਫੋਨ ਤੇ ਸ਼ੋ ਹੋ ਜਾਏਗੀ। ਜਿਵੇਂ ਕਿ ਹੁਣ ਪਹਿਲਾ ਸਵਾਲ ਦੇਖੋ, 1 ਮਿਲੀਅਨ ਵਿੱਚ ਕਿੰਨੇ 100,000 ਹੁੰਦੇ ਹਨ? ਯਾਦ ਰੱਖਣਾ ਬੇਟਾ 1 ਮਿਲੀਅਨ ਵਿੱਚ 10 100,000 ਹੁੰਦੇ ਨੇ। ਇਸ ਗੱਲ ਨੂੰ ਬਿਲਕੁਲ ਧਿਆਨ ਰੱਖਣਾ ਹੈ ਕਿਉਂਕਿ ਮਿਲੀਅਨ ਜਿਹੜਾ ਹੈ ਅੰਤਰਰਾਸ਼ਟਰੀ ਸੰਖਿਅਕ ਪ੍ਰਣਾਲੀ ਹੈ ਤੇ ਅੰਤਰਰਾਸ਼ਟਰੀ ਸੰਖਿਅਕ ਪ੍ਰਣਾਲੀ ਦੇ ਵਿੱਚ ਜਿਹੜਾ ਹੈ ਮਿਲੀਅਨ 100,000 ਤੋਂ ਬਾਅਦ ਆਉਂਦਾ ਹੈ, ਇਸ ਕਰਕੇ 10 100,000 ਬਣੇਗਾ ਬੇਟਾ। ਅਗਲਾ ਸਵਾਲ ਹੈ ਸੰਖਿਆ 6 9 7 ਵਿੱਚ ਅੰਕ 9 ਦਾ ਸਥਾਨ ਕਿਹੜਾ ਹੈ? ਪਲੇਸ ਆਫ ਡਿਜਿਟ 9। ਦੇਖੋ ਇਕਾਈ ਤੇ ਦਹਾਈ, ਇਕਾਈ ਤੋਂ ਬਾਅਦ ਕੀ ਹੁੰਦਾ ਹੈ? ਦਹਾਈ। ਤੇ 9 ਦਾ ਸਥਾਨ ਕੀ ਹੋਇਆ? ਦਹਾਈ। ਟੈਂਸ, ਵਨਸ ਟੈਂਸ, ਵਨਸ ਟੈਂਸ। ਇਸ ਕਰਕੇ ਬੀ ਆਪਸ਼ਨ ਤੁਹਾਡਾ ਸਹੀ ਹੋਏਗਾ, ਇਸ ਗੱਲ ਦਾ ਧਿਆਨ ਰੱਖਣਾ ਹੈ। ਅਗਲਾ ਦੇਖੋ ਬੇਟਾ, ਹੇਠ ਲਿਖਿਆਂ ਵਿੱਚੋਂ ਕਿਹੜਾ 28 ਨੂੰ ਰੋਮਨ ਅੰਕ ਪ੍ਰਣਾਲੀ ਨਾਲ ਦਰਸਾਉਂਦਾ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਰੋਮਨ ਨੁਮੈਰਲ ਫॉर 28? 28 ਬਣਦਾ ਹੈ 20 ਜਮਾ 8 ਤੋਂ ਬੇਟਾ, ਇਸ ਗੱਲ ਦਾ ਧਿਆਨ ਰੱਖਣਾ ਹੈ। 10 ਕਿੱਦਾਂ ਲਿਖਦੇ ਹਾਂ ਅਸੀਂ? x ਨੂੰ ਕਹਿੰਦੇ ਆ 10, ਫਿਰ 10 ਪਾਇਆ ਕਿੰਨੇ ਹੋ ਗਏ 20। ਹੁਣ 8 ਕਿੱਦਾਂ ਲਿਖਣਾ ਹੈ? ਦੇਖੋ 10 ਤੇ 10 20, ਇਹਨੂੰ ਕਹਿੰਦੇ 5, ਇਹ ਤਾਂ ਬਣ ਗਿਆ 25, ਸਾਨੂੰ 28 ਚਾਹੀਦਾ। 10 20 5 25 ਤੇ ਇੱਕ 26, ਇਹ ਵੀ 26 ਹੋਇਆ, ਸਾਨੂੰ 28 ਚਾਹੀਦਾ। 10 20 25 26 27 28, ਬਿਲਕੁਲ ਸਹੀ, ਸਾਡਾ 28 ਕੰਪਲੀਟ ਹੋ ਗਿਆ ਇਸ ਸਵਾਲ ਦੇ ਵਿੱਚ। ਧਿਆਨ ਨਾਲ ਕਰਨਾ ਹੈ ਬੇਟਾ। ਕਿਹੜੀ ਸਭ ਤੋਂ ਵੱਡੀ ਸੰਖਿਆ ਹੈ? 100 ਵੱਡੀ ਹੈ, 1000 ਵੱਡੀ ਹੈ ਜਾਂ ਲੱਖ ਵੱਡੀ ਹੈ? ਸਾਨੂੰ ਪਤਾ ਹੈ ਕਿ ਜਿੰਨੇ ਜ਼ੀਰੋ ਜ਼ਿਆਦਾ ਹੁੰਦੇ ਉਨੀ ਵੱਡੀ ਹੁੰਦੀ ਹੈ। ਸੀ ਸਾਡਾ ਆਨਸਰ ਹੋਏਗਾ। ਬਗੈਰ ਦੁਹਰਾਉਂਦੇ ਹੋਏ ਅੰਕਾਂ ਦੀ ਵਰਤੋਂ ਕਰਦੇ ਹੋਏ 4 ਅੰਕਾਂ ਦੀ ਸਭ ਤੋਂ ਵੱਡੀ, ਬੇਟਾ ਸਭ ਤੋਂ ਵੱਡੀ ਸੰਖਿਆ ਦੇ ਸਭ ਤੋਂ ਵੱਡਾ ਅੰਕ ਕਿਹੜਾ ਹੈ? 8। ਉਸ ਤੋਂ ਬਾਅਦ ਕਿਹੜਾ ਆਉਂਦਾ 8 ਤੋਂ ਬਾਅਦ? 5। 5 ਤੋਂ ਬਾਅਦ ਕਿਹੜਾ ਆਉਂਦਾ ਹੈ? 4। 4 ਤੋਂ ਬਾਅਦ 0। 8 5 4 0। ਦੇਖੋ 8 5 4 0, 8 5 4 0 ਸਾਡਾ ਆਨਸਰ ਹੋਏਗਾ। ਸਭ ਤੋਂ ਵੱਡੀ ਵਿਦਾਊਟ ਰੈਪੀਟੇਸ਼ਨ ਗ੍ਰੇਟੈਸਟ, ਗ੍ਰੇਟੈਸਟ ਵਿੱਚ ਸਭ ਤੋਂ ਵੱਡਾ ਅੱਖਰ ਪਹਿਲਾਂ ਆਏਗਾ ਨਾ। 8 ਅੰਕਾਂ ਵਾਲੀ ਸਭ ਤੋਂ ਛੋਟੀ ਸੰਖਿਆ ਬੇਟਾ ਮੈਂ ਤੁਹਾਨੂੰ ਦੱਸਿਆ ਸੀ, ਜਦ ਵੀ ਸਭ ਤੋਂ ਛੋਟੀ ਸੰਖਿਆ ਕੱਢਣੀ ਹੋਵੇ ਤਾਂ 1 ਤੋਂ ਬਾਅਦ 0 ਲਗਾ ਦਿਓ। ਕਿੰਨੇ? ਉਹਨੇ 8 ਅੰਕਾਂ ਵਾਲੀ ਮੰਨੀ ਹੈ ਤਾਂ 7 ਲਗਾਓ ਕਿਉਂਕਿ 1 ਲਿਖ ਚੁੱਕੇ ਹੋ। 1 2 3 4 5 6 7 ਹੋ ਗਏ ਨਾ 8 ਅੰਕ। 1 2 3 4 5 6 7 0 ਤੇ 8ਵਾਂ 1। ਹੁਣ ਪੜ੍ਹੀਏ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ, ਕਰੋੜ। ਤੇ 1 ਕਰੋੜ ਹੀ ਸਾਡਾ ਆਨਸਰ ਹੋਏਗਾ ਬੇਟਾ। ਉਹ ਪੂਰਨ ਸੰਖਿਆ ਜਿਸ ਦਾ ਕੋਈ ਪਿਛੇਤਰ ਨਹੀਂ ਹੁੰਦਾ। ਸਾਰਿਆਂ ਨੂੰ ਪਤਾ 0 ਦਾ ਕਦੇ ਵੀ ਕੋਈ ਪਿਛੇਤਰ ਨਹੀਂ ਹੋ ਸਕਦਾ। ਪੂਰਨ ਸੰਖਿਆ 0 ਤੋਂ ਹੀ ਸ਼ੁਰੂ ਹੁੰਦੀ ਹੈ। ਕਿਹੜੀ ਸਭ ਤੋਂ ਛੋਟੀ ਪ੍ਰਾਕ੍ਰਿਤਿਕ ਸੰਖਿਆ? ਪ੍ਰਾਕ੍ਰਿਤਿਕ ਸੰਖਿਆ ਸ਼ੁਰੂ ਹੀ 1 ਤੋਂ ਹੁੰਦੀ ਹੈ, ਇਸ ਕਰਕੇ ਸਭ ਤੋਂ ਛੋਟੀ ਪ੍ਰਾਕ੍ਰਿਤਿਕ ਸੰਖਿਆ 1 ਹੋਏਗੀ। ਇਸ ਤਰ੍ਹਾਂ ਬੇਟਾ ਸਾਡੇ 8 ਸਵਾਲ ਜਿਹੜੇ 1-1 ਨੰਬਰ ਦੇ ਸੀਗੇ ਅਸੀਂ ਉਹ ਕੰਪਲੀਟ ਕਰ ਲਏ ਨੇ। ਹੁਣ ਅਸੀਂ 9ਵਾਂ ਸਵਾਲ 2 ਨੰਬਰ ਲਈ ਕਰਨ ਜਾ ਰਹੇ ਹਾਂ, ਧਿਆਨ ਨਾਲ ਦੇਖਿਓ। 10999 ਦੇ ਬਾਅਦ ਅਗਲੀਆਂ 3 ਪ੍ਰਾਕ੍ਰਿਤਿਕ ਸੰਖਿਆਵਾਂ। ਸੇਮ ਸਵਾਲ ਪਿਛਲੇ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਵੀ ਦੱਸਿਆ ਗਿਆ ਸੀਗਾ ਕਿ ਜਦੋਂ ਵੀ 3 ਅਗਲੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਕੱਢਣੀਆਂ ਹੋਵੇ ਤਾਂ 1 ਜੋੜਦੇ ਆ ਬੇਟਾ। 9 1 10 0 ਉੱਪਰ 1 10 ਉੱਪਰ 1 10 ਉੱਪਰ 1 1 ਉਤਰ ਗਿਆ, ਕਿੰਨਾ ਆ ਗਿਆ ਬੇਟਾ? 11,000। 11,000 ਦੇ ਵਿੱਚ ਫਿਰ 1 ਜੋੜਾਂਗੇ ਕਿਉਂਕਿ ਸਾਨੂੰ ਕਿੰਨੀਆਂ ਰਕਮਾਂ ਚਾਹੀਦੀਆਂ ਨੇ? 3। 1 0 0 1 1 11,001। ਹੁਣ 11,001 ਦੇ ਵਿੱਚ 1 ਜੋੜਾਂਗੇ। 1 ਹਮੇਸ਼ਾ ਅਖੀਰ ਦੇ ਵਿੱਚ ਜੋੜਦੇ ਆ, ਯਾਦ ਰੱਖਣਾ ਬੇਟਾ। ਤੇ ਸਾਡੇ ਕੋਲ 11,002 ਆ ਗਿਆ ਜੋ ਕਿ ਸਾਡੇ ਇਸ ਸਵਾਲ ਦਾ ਆਨਸਰ ਹੋਏਗਾ ਬੇਟਾ। ਅਗਲਾ ਸਵਾਲ ਦੇਖੋ ਬੇਟਾ, ਸ਼ੇਖਰ ਮਸ਼ਹੂਰ ਕ੍ਰਿਕਟ ਖਿਡਾਰੀ ਹੈ। ਉਹ ਟੈਸਟ ਮੈਚਾਂ ਵਿੱਚ ਇੰਨੇ ਰਨ ਬਣਾ ਚੁੱਕਾ ਹੈ ਤੇ ਇੰਨੇ ਬਣਾਉਣਾ ਚਾਹੁੰਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਕਹਾਂ ਕਿ ਤੁਹਾਡੇ ਪੇਪਰ ਦੇ ਵਿੱਚ ਫਸਟ ਟਰਮ ਦੇ ਵਿੱਚ ਜਾਂ 5 ਪੇਪਰਾਂ ਦੇ ਵਿੱਚੋਂ 4 ਪੇਪਰ ਦੇ ਵਿੱਚ ਤੁਹਾਡੇ 320 ਨੰਬਰ ਆ ਚੁੱਕੇ ਨੇ ਤੇ ਤੁਸੀਂ ਚਾਹੁੰਦੇ ਹੋ ਕਿ ਮੇਰੇ 5 ਪੇਪਰ 'ਚ ਟੋਟਲ ਮਿਲਾ ਕੇ 400 ਅੰਕ ਹੋ ਜਾਣ
ਤੇ ਕੋਈ ਤੁਹਾਨੂੰ ਇਹ ਪੁੱਛੇ ਕਿ ਹੁਣ ਤੇਰਾ ਅਖੀਰਲਾ ਪੇਪਰ ਪੰਜਵਾਂ ਪੇਪਰ ਬਚ ਗਿਆ ਹੈ, ਕਿੰਨੇ ਨੰਬਰ ਚਾਹੀਦੇ ਨੇ ਕਿ ਤੁਹਾਡੇ 400 ਪੂਰੇ ਹੋ ਜਾਣ, ਤੁਸੀਂ 400 ਦੇ ਵਿੱਚ 320 ਨੂੰ ਕੀ ਕਰੋਗੇ, ਘਟਾਓਗੇ। ਜਦੋਂ ਤੁਸੀਂ 400 ਦੇ ਵਿੱਚ 320 ਘਟਾਓਗੇ ਤਾਂ ਤੁਹਾਡੇ ਕੋਲ ਆ ਜਾਏਗਾ 80। ਇਹਦਾ ਮਤਲਬ ਤੁਸੀਂ ਪਤਾ ਲੱਗ ਜਾਏਗਾ ਕਿ ਇਸ ਪੇਪਰ ਦੇ ਵਿੱਚ ਇੰਨੀ ਤਿਆਰੀ ਕਰਨੀ ਹੀ ਪੈਣੀ ਹੈ ਕਿ ਸਾਨੂੰ 80 ਅੰਕ ਮਿਲ ਸਕਣ। ਇਸੇ ਤਰ੍ਹਾਂ ਬੇਟਾ ਉਸ ਕ੍ਰਿਕਟਰ ਦੀ ਗੱਲ ਕਰ ਰਹੇ ਹਾਂ, ਉਹ ਇੰਨੇ ਰਨ ਬਣਾ ਚੁੱਕਾ ਹੈ, ਇਹ ਤਾਂ ਬਣ ਗਏ, ਉਹ ਚਾਹੁੰਦਾ ਇੰਨੇ ਹੋ ਜਾਣ, ਤਾਂ ਕਿੱਦਾਂ ਪਤਾ ਲੱਗੇਗਾ, ਇਹਦੇ ਵਿੱਚੋਂ ਇਹਨੂੰ ਘਟਾ ਕੇ ਪਤਾ ਲੱਗੇਗਾ। ਬਿਲਕੁਲ ਧਿਆਨ ਨਾਲ ਕੁਐਸਚਨ ਨੂੰ ਪੜ੍ਹ ਕੇ ਸਮਝਣਾ ਹੁੰਦਾ ਹੈ ਕਿ ਇਹਦੇ ਵਿੱਚ ਜੋੜਨਾ ਹੈ ਜਾਂ ਘਟਾਉਣਾ ਹੈ। ਬੇਟਾ ਧਿਆਨ ਨਾਲ ਦੇਖੋ ਬੇਟਾ, ਅਸੀਂ ਰੱਖ ਲਿਆ ਹੈ ਕਿ ਸ਼ੇਖਰ ਦੁਆਰਾ ਬਣਾਏ ਗਏ ਰਨ ਕਿੰਨੇ ਬਣਾਏ, 6 ਨੂੰ 8 0। ਉਹ ਰਨ ਪੂਰੇ ਕਰਨਾ ਚਾਹੁੰਦਾ ਹੈ 10,000। ਦੇਖੋ ਮੈਂ ਕੋਈ ਵੀ ਵਰਡਿੰਗ ਯਾਦ ਨਹੀਂ ਕਰਾ ਰਿਹਾ, ਬਣਾ ਚੁੱਕਾ ਹੈ, ਰਨ ਬਣਾ ਚੁੱਕਾ ਹੈ। ਸ਼ੇਖਰ ਦੁਆਰਾ ਬਣਾਏ ਗਏ ਰਨ ਇੰਨੇ, ਉਹ ਰਨ ਪੂਰੇ ਕਰਨਾ ਚਾਹੁੰਦਾ ਹੈ 10,000। ਕਿੰਨੇ ਰਨ ਹੋਰ ਚਾਹੀਦੇ ਹਨ, ਕੀ ਕਰਾਂਗੇ, ਇਹਨਾਂ ਨੂੰ ਘਟਾਵਾਂਗੇ। ਬੇਟਾ ਘਟਾਓ ਸਾਰਿਆਂ ਨੂੰ ਆਉਂਦੀ ਹੈ, 0 ਵਿੱਚੋਂ 0 ਗਏ, 0 ਨੇ ਇੱਥੋਂ ਹਾਸਲ ਲਿਆ ਬੇਟਾ, ਇਹ 0 ਬਣ ਗਿਆ, ਇੱਥੇ 10 ਆ ਗਿਆ, 10 ਚੋਂ 8 ਗਏ 2, ਇੱਥੇ ਬਚਦਾ 9 ਚ 9 ਗਏ 0, 9 ਦੇ ਵਿੱਚੋਂ 6 ਗਏ 3, ਤੇ ਇੰਨੇ ਰਨ ਉਸ ਨੂੰ ਹੋਰ ਚਾਹੀਦੇ ਹਨ। ਇੰਗਲਿਸ਼ ਵਾਲਾ ਬੱਚਾ ਕੀ ਲਿਖੇਗਾ, ਦੇਖੋ ਬਸ ਪੰਜਾਬੀ ਨੂੰ ਹੀ ਬਦਲਣਾ ਹੁੰਦਾ ਹੈ ਇੰਗਲਿਸ਼ ਦੇ ਵਿੱਚ। ਸ਼ੇਖਰ ਦੁਆਰਾ ਬਣਾਏ ਗਏ ਰਨ, ਰਨਸ ਮੇਡ ਬਾਈ ਸ਼ੇਖਰ, ਉਹ ਰਨ ਪੂਰੇ ਕਰਨਾ ਚਾਹੁੰਦਾ ਹੈ, ਹੀ ਵਾਂਟਸ ਟੂ ਕੰਪਲੀਟ ਰਨ। ਦੇਖੋ ਸਾਰਾ ਲਿਖਿਆ, ਹੀ ਵਾਂਟਸ ਟੂ ਕੰਪਲੀਟ ਰਨਸ, ਠੀਕ ਹੈ ਨਾ। ਜਿੰਨੇ ਹੋਰ ਰਨ ਹੋਣੇ ਚਾਹੀਦੇ ਹਨ, ਰਨਸ ਹੀ ਨੀਡ, ਸਾਰਾ ਕੁਝ ਕੁਐਸਚਨ ਦੇ ਵਿੱਚ ਲਿਖਿਆ ਹੁੰਦਾ ਹੈ। ਤੁਸੀਂ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਇਹਨੂੰ ਜੋੜਨਾ ਹੈ ਜਾਂ ਘਟਾਉਣਾ ਹੈ। ਜਦੋਂ ਤੁਹਾਨੂੰ ਇਹ ਪਤਾ ਲੱਗ ਚੁੱਕਿਆ ਕਿ ਉਹਦੇ ਕੋਲ ਇੰਨੀ ਚੀਜ਼ਾਂ ਪਈਆਂ ਨੇ ਤੇ ਇਹ ਉਹ ਚਾਹੁੰਦਾ ਹੈ ਕਿ ਇੰਨੀਆਂ ਹੋ ਜਾਣ, ਤਾਂ ਘਟਾ ਕੇ ਪਤਾ ਲੱਗਾ ਕਿ ਕਿੰਨੀਆਂ ਹੋਰ ਚਾਹੀਦੀਆਂ ਹਨ। ਇਸ ਤਰ੍ਹਾਂ ਸਾਡਾ 10ਵਾਂ ਸਵਾਲ ਵੀ ਕੰਪਲੀਟ ਹੋ ਗਿਆ। ਹੁਣ ਆਪਾਂ 11ਵਾਂ ਸਵਾਲ ਕਰਨ ਲੱਗੇ ਹਾਂ 4 ਨੰਬਰ ਵਾਸਤੇ। ਧਿਆਨ ਨਾਲ ਦੇਖਿਓ ਬੇਟਾ, ਕਹਿੰਦੇ ਹੈ ਅੰਕਾਂ 5 3 4 7 ਅਤੇ 2 ਨੂੰ ਬਗੈਰ ਦੁਹਰਾਉਂਦੇ ਹੋਏ ਬਣਾਈ ਜਾ ਸਕਣ ਵਾਲੀ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆ ਬਣਾਓ। ਬਹੁਤ ਹੀ ਸੌਖਾ ਬੇਟਾ ਸਵਾਲ, ਧਿਆਨ ਨਾਲ ਦੇਖਣਾ ਸਾਰਿਆਂ ਨੇ। ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਵੱਡੀ ਤੋਂ ਵੱਡੀ ਸੰਖਿਆ ਕਿੱਦਾਂ ਬਣਦੀ ਹੈ, ਵੱਡੇ ਅੱਖਰਾਂ ਤੋਂ। ਸਭ ਤੋਂ ਵੱਡਾ ਅੱਖਰ ਹੈ 7, ਉਸ ਤੋਂ ਬਾਅਦ ਆਉਂਦਾ ਹੈ 5, ਉਸ ਤੋਂ ਬਾਅਦ ਆਉਂਦਾ ਹੈ 4, ਉਸ ਤੋਂ ਬਾਅਦ 3, ਉਸ ਤੋਂ ਬਾਅਦ 2। ਇਹ ਹੈ ਸਭ ਤੋਂ ਵੱਡੀ ਸੰਖਿਆ। ਤੇ ਸਭ ਤੋਂ ਛੋਟੀ ਦੇ ਵਿੱਚ ਪੁੱਠੀ ਲਿਖ ਦਿਓ, ਸਭ ਤੋਂ ਛੋਟੀ, ਫਿਰ ਉਸ ਤੋਂ ਵੱਡੀ, ਉਸ ਤੋਂ ਵੱਡੀ, ਉਸ ਤੋਂ ਵੱਡੀ, ਉਸ ਤੋਂ ਵੱਡੀ, ਇਹ ਸਭ ਤੋਂ ਛੋਟੀ ਸੰਖਿਆ ਹੋਏਗੀ। ਬਹੁਤ ਹੀ ਸਿੰਪਲ ਸਵਾਲ ਬੇਟਾ, ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੱਡੀ ਸੰਖਿਆ ਬਣਾਉਣੀ ਹੈ ਤਾਂ ਤੁਸੀਂ ਪੁੱਠੀ ਗਿਣਤੀ ਲਿਖਣੀ ਹੈ, ਵੱਡੀ, ਉਸ ਤੋਂ ਛੋਟੀ, ਉਸ ਤੋਂ ਛੋਟੀ, ਉਸ ਤੋਂ ਛੋਟੀ, ਉਸ ਤੋਂ ਛੋਟੀ। ਜਦੋਂ ਛੋਟੀ ਸੰਖਿਆ ਬਣਾਉਣੀ ਹੈ ਤਾਂ ਛੋਟੀ ਤੋਂ ਉੱਪਰ ਜਾਣਾ ਹੈ। ਪਰ ਇਸ ਗੱਲ ਦਾ ਧਿਆਨ ਰੱਖਣਾ ਕਿ ਇਹਦੇ ਵਿੱਚ 0 ਨਾ ਹੋਵੇ। ਜੇਕਰ ਇਹਨਾਂ 5 ਸੰਖਿਆਵਾਂ ਦੇ ਵਿੱਚ ਕੋਈ 0 ਹੋਊਗਾ ਤਾਂ ਜਦੋਂ ਛੋਟੀ ਸੰਖਿਆ ਬਣਾਉਣੀ ਹੈ ਤਾਂ ਉਹ 0 ਤੋਂ ਨਹੀਂ ਸ਼ੁਰੂ ਕਰਨੀ, 0 ਦੂਜੇ ਨੰਬਰ 'ਤੇ ਆਊਗਾ। ਫਿਰ ਜਿਵੇਂ ਕਿ ਤੁਹਾਨੂੰ ਕੋਈ ਸਵਾਲ ਮੈਂ ਕਹਿੰਦਾ ਕਿ 5 3 7 0 ਤੇ 4 ਤੋਂ ਵੱਡੀ ਸੰਖਿਆ ਬਣਾਓ। ਹੁਣ ਵੱਡੀ ਸੰਖਿਆ ਤਾਂ 7, ਫਿਰ ਛੋਟਾ 5, ਫਿਰ 4, ਫਿਰ 3 0, ਉਹ ਤਾਂ ਸਹੀ ਬਣ ਜਾਏਗੀ ਤੁਹਾਡੇ ਤੋਂ। ਛੋਟੀ ਜਦੋਂ ਬਣਾਉਣੀ ਹੈ ਤਾਂ ਮੈਂ ਕਿਹਾ ਛੋਟੀ ਬਣਾਉਂਦੇ ਵੇਲੇ ਸਭ ਤੋਂ ਛੋਟਾ ਅੱਖਰ ਲਿਖਣਾ ਹੁੰਦਾ ਹੈ, ਪਰ ਸਭ ਤੋਂ ਛੋਟਾ ਅੱਖਰ 0 ਹੈ, ਉਹ ਨਹੀਂ ਲਿਖਣਾ। ਉਸ ਤੋਂ ਬਾਅਦ ਵਾਲਾ ਕਿਹੜਾ ਆ, 3 ਤੋਂ ਬਾਅਦ 0 ਲਿਖਣਾ ਹੈ। ਇਹ ਗੱਲ ਦਾ ਧਿਆਨ ਰੱਖਿਓ, 3 0, ਫਿਰ 4 5 7। ਇਹ ਕਦੋਂ ਕਰਨਾ ਹੈ, ਜਦੋਂ ਤੁਹਾਡੇ ਕੋਲ ਦਿੱਤੀਆਂ ਸੰਖਿਆਵਾਂ ਦੇ ਵਿਚਕਾਰ ਕੋਈ 0 ਹੁੰਦਾ। ਫਿਲਹਾਲ ਨਹੀਂ ਕਰਨਾ, ਫਿਲਹਾਲ ਤਾਂ ਅਸੀਂ ਕਰ ਲਿਆ ਸਵਾਲ। ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇਕਰ ਤੁਹਾਨੂੰ ਪੇਪਰ ਦੇ ਵਿੱਚ 0 ਵੀ ਆ ਜਾਵੇ ਤਾਂ ਉਸਨੂੰ ਛੋਟੀ ਸੰਖਿਆ ਵੇਲੇ ਧਿਆਨ ਰੱਖਿਓ ਕਿ ਉਹਨੂੰ ਦੂਜੇ ਨੰਬਰ 'ਤੇ ਰੱਖਣਾ ਹੈ। ਫਿਲਹਾਲ ਤਾਂ ਬਹੁਤ ਸੌਖਾ ਸਵਾਲ ਸੀਗਾ। ਹੁਣ ਇੱਦਾਂ ਹੀ ਜਾਂ ਪਾਠ ਦੇਖਣ ਲੱਗਿਆ, ਧਿਆਨ ਨਾਲ ਦੇਖਿਓ। ਆਮ ਨਿਯਮ ਦੀ ਵਰਤੋਂ ਕਰਦੇ ਹੋਏ ਗੁਣਨਫਲ ਦਾ ਅੰਦਾਜ਼ਾ ਲਗਾਉਣਾ ਹੈ ਬੇਟਾ। ਅੰਦਾਜ਼ਾ ਸਿਰਫ 87 ਹੈ ਤੇ 313 ਹੈ। ਅੰਦਾਜ਼ੇ ਦਾ ਮਤਲਬ ਹੈ ਕਿ ਤੁਸੀਂ ਇਸ ਨੂੰ ਰਾਉਂਡ ਆਫ ਕਰੋ, ਤੁਸੀਂ ਇਸ ਨੂੰ ਨਿਕਟੀਕਰਨ ਕਰੋ। ਨਿਕਟੀਕਰਨ ਸਮਝਦੇ ਹੋ ਗੱਲ ਨੂੰ? ਨਿਕਟੀਕਰਨ ਕਿੱਦਾਂ ਕਰਦੇ ਆ? ਦੇਖੋ 87 ਕਿਹਦੇ ਨੇੜੇ ਆ? 90 ਦੇ ਨੇੜੇ, ਬਿਲਕੁਲ ਠੀਕ। ਤੇ 313 ਕਿਹਦੇ ਨੇੜੇ ਹੋਏਗਾ? 300 ਦੇ ਨੇੜੇ ਹੋਏਗਾ, ਕਿਉਂਕਿ 13 ਜਿਹੜਾ ਹੈ ਉਹ 50 ਤੋਂ ਘੱਟ ਹੁੰਦਾ ਹੈ। ਯਾਦ ਰੱਖਣਾ ਬੇਟਾ, 87 ਕਿਹਦੇ ਨੇੜੇ ਹੈ? 90 ਦੇ ਨੇੜੇ ਹੈ, ਤੇ 313 300 ਦੇ ਨੇੜੇ ਹੈ। ਹੁਣ ਕਿੱਦਾਂ ਗੁਣਾ ਕਰਨੀ ਹੈ? 9 3 27। ਤੁਹਾਨੂੰ ਮੈਂ ਦੱਸਿਆ ਨਾ 0 ਵਾਲੇ ਅੱਖਰਾਂ ਨੂੰ ਗੁਣਾ ਕਿੱਦਾਂ ਕਰਦੇ ਆ? ਬਗੈਰ 0 ਵਾਲੇ ਅੱਖਰਾਂ ਨੂੰ ਗੁਣਾ ਕਰਕੇ। 9 3 27, ਕਿੰਨੇ 0 ਨੇ? 1 2 3। ਤੇ ਇਹ ਤੁਹਾਡਾ ਗੁਣਨਫਲ ਹੋਏਗਾ ਅੰਦਾਜ਼ੇ ਵਾਲਾ। ਕੀ ਹੈ ਇਹ? ਗੁਣਨਫਲ ਦਾ ਅੰਦਾਜ਼ਾ, ਐਸਟੀਮੇਟ, ਜਿਸ ਨੂੰ ਅਸੀਂ ਕੀ ਕਹਿੰਦੇ ਆ? ਐਸਟੀਮੇਟ ਆਫ ਮਲਟੀਪਲੀਕੇਸ਼ਨ। ਆਈ ਸਮਝ? ਅਸੀਂ ਦੋਨੇ ਸੰਖਿਆਵਾਂ ਦਾ ਨਿਕਟੀਕਰਨ ਕਰਨਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਗੁਣਾ ਕਰ ਦੇਣਾ ਹੈ। ਹੁਣ ਇਸ ਦਾ ਆਪਾਂ 12ਵਾਂ ਸਵਾਲ ਕਰਨ ਲੱਗੇ ਹਾਂ, ਧਿਆਨ ਨਾਲ ਦੇਖਿਓ।
वितरण विधि नाल मुल पता करना है। बहुत ही इंपॉर्टेंट सवाल बेटा, डिस्ट्रीब्यूटिव प्रॉपर्टी पक्का ही आती होंगी है, इसनूं ध्यान नाल समझ लईओ। 15 गुना 68 बेटा, तुसीं वड्डे रकम नूं पहलां लिखना है, छोटी रकम नूं बाद विच लिखना है, तो वड्डी रकम तो बाद छोटी रकम नूं तोड़ना है 10 जमा 5। 15 नूं तोड़ना किद्दां है, 10वें ते एक इकाई ते दहाई नाल। इकाई 5 है, दहाई दे विच 10 लिखांगे तां ही वो 15 बनेगा। हुण 68 आ की 68, 68 नूं पहलां 10 नाल गुणा करनी है। सारिਆਂ ਨੂੰ मैं दस्सिया है कि ਜਦੋਂ भी 10 नाल गुणा करनी होवे तो बस एक जीरो अगे लगती है, 100 नाल करनी होवे तो 2 जीरो लगदियां। प्लस हुण 68 नूं असीं 5 नाल गुणा करांगे, करके देखना पैना है बेटा 68 नूं 5 नाल। 8 5 40, 0 पर 4, 6 5 30 ते 4 34। गुणा तुहानूं करनी आंदी है, असीं 340 प्राप्त किया। हुण असीं की करांगे, इन्हां नूं जोड़ांगे बेटा। 680 ते 340 नूं जोड़न जा रहे हाँ। 0 8 ते 4 12, 2 पर 1 6 7 ते 3 10, 1 0 2 0 साडा इस सवाल का बेटा की होएगा, आंसर होएगा। बहुत ही सौखे ढंग नाल कंप्लीट किया है बेटा। याद रखो वितरण विधि दे विच डिस्ट्रीब्यूटिव प्रॉपर्टी दे विच असीं एक संख्या नूं तोड़दे हां ते कोशिश करो छोटी संख्या नूं तोड़ो। इस करके मैं 68 नूं अगे रख के 15 नूं तोड़िया है। इसे तो जा पाठ करन लगे हां, ध्यान नाल देखियो। फिर सानू मिलान करो वाला सवाल आ गया है। देखो सब तो छोटी पूर्ण संख्या मैं तुहानूं समझा चुका है। पूर्ण संख्या जिहड़ी है 0 तो शुरू होंदी है, तो सब तो छोटी पूर्ण संख्या साडे कोल 0 है। 2 गुणा 1 सारिਆਂ ਨੂੰ पता 2 एकम 2 हुंदा है। 2 तो अगेतर 2 तो बाद 3 आंदा है, तो 9 भाग 0 कदे नहीं होंदा बेटा। भाग दे विच याद रख लो दूजे नंबर ते 0 नहीं कदे आ सकती, 0 पहले नंबर ते आ सकती है। जेकर दूजे नंबर ते 0 आ जाए तो परिभाषित नहीं हुंदा है, भाग हो ही नहीं सकती। 0 ना लिख दिए इनू। 0 कदों होना सी, जदों 0 पहले अखर ते हुंदा। इस तरह साडा 12वां सवाल भी कंप्लीट हो गया है। तो मैं उम्मीद करदा कि तुहानूं दूजा सैंपल पेपर जिहड़ा मेरे वालों समझाया गया है ये भी वधिया तरीके नाल समझ आया होएगा। ये दोनों सैंपल पेपर बहुत ही इंपॉर्टेंट ने बेटा, इन्हां दे नाल रलदे मिलदे सवाल तुहानूं पेपर दे विच मिल सकदे ने। इस करके इन्हां दोनों सैंपल पेपर नूं वधिया तरीके नाल समझण दी कोशिश करनी है, तो मैनूं कमेंट भी करना है कि तुहानूं समझ लग गया कि नहीं लग गया। तो जेकर किसी ने अजे तक मेरे चैनल नूं सबसक्राइब नहीं किया है जरूर कर दिओ बेटा, ये तुहाडे ने तुहानूं इसका बहुत लाभ होवेगा। ऑल दी बेस्ट बेटा।